ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਤੇ ਹੋਏ ਕਰਮਾਂ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ, ਭਾਵੇਂ ਕੋਈ ਰਿਸ਼ੀ ਹੋਵੇ ਚਾਹੇ ਜਮਰਾਜ ਹੋਵੇ। ਇਸੇ ਤਰ੍ਹਾਂ ਹੀ ਹਰ ਜੀਵ ਨੂੰ ਭੁਗਤਣਾ ਪੈਂਦਾ ਹੈ। ਇਸ ਤਰ੍ਹਾਂ ਰਾਜਾ ਸੰਸੀ ਦੇ ਸਰਦਾਰ ਰਘੁਵੀਰ ਸਿੰਘ ਜੀ ਦੀ ਰਾਣੀ ਨੂੰ ਭੁਗਤਣਾ ਪਿਆ, ਜਿਸ ਕਰਕੇ ਉਸ ਨੂੰ ਮਹਾ ਕਸ਼ਟ ਹੋਇਆ। ਸਰਦਾਰ ਰਘੁਵੀਰ ਸਿੰਘ ਨੇ ਆਪਣੀ ਅਰਦਾਂਗਨੀ ਦੀ ਬਿਮਾਰੀ ਹਟਾਉਣ ਵਾਸਤੇ ਬਹੁਤ ਦਵਾ ਦਾਰੂ ਕੀਤੇ, ਵੈਦਿਕ ਇਲਾਜ ਵੀ ਕਰਵਾਏ, ਡਾਕਟਰੀ ਇਲਾਜ ਵੀ ਬਹੁਤ ਕਰਵਾਇਆ। ਅਖੀਰ ਵੇਦਾਂ ਨੇ ਦੱਸਿਆ ਕਿ ਇਸ ਮਾਈ ਨੂੰ ਅਸਾਧ ਨਾ ਹਟਣ ਵਾਲਾ ਰੋਗ ਹੋ ਗਿਆ ਹੈ। ਇਹ ਹਟਣਾ ਬੜਾ ਹੀ ਕਠਿਨ ਹੈ। ਫਿਰ ਜੋਤਿਸ਼ ਵਿਦਿਆ ਵਾਲਿਆਂ ਨੇ ਵੀ ਦੱਸਿਆ ਕਿ ਗ੍ਰਹਿ ਰੋਗ ਹੈ, ਪੂਜਾ ਪਾਠ ਕਰਨ ਨਾਲ ਹਟੇਗਾ। ਸਰਦਾਰ ਜੀ ਨੇ ਉਹਨਾਂ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ, ਸਪਤਾਹ ਪਾਠ ਤੇ ਅਖੰਡ ਪਾਠ ਸਾਹਿਬ ਵੀ ਕਰਵਾਏ, ਪਰ ਆਰਾਮ ਨਾ ਆਇਆ। ਬਹੁਤ ਸਾਰੇ ਸਾਧੂਆਂ ਪਾਸ ਵੀ ਗਏ, ਪਰ ਆਰਾਮ ਨਾ ਹੀ ਆਇਆ। ਅਖੀਰ ਇੱਕ ਬੀਬੀ ਪਿੰਡ ਨਿਹਾਲ ਸਿੰਘ ਬਾਲੇ ਦੀ ਨਿਹਾਲ ਕੌਰ ਬੜੇ ਜਪ ਤਪ ਹੱਠ ਵਾਲੀ, ਦਿਨ ਵਿੱਚ 1-2 ਵਾਰੀ ਸਿਰਫ ਚਾਹ ਹੀ ਪੀਆ ਕਰਦੀ ਸੀ। ਉਸ ਬੀਬੀ ਦੀ ਪੂਜਾ ਰਜਵਾੜਿਆਂ ਦੇ ਘਰੀ ਬਹੁਤ ਹੋ ਗਈ। ਰਾਜਾ ਫਰੀਦ ਕੋਟੀਏ ਦੇ ਰਾਹੀਂ ਇੱਥੇ ਰਾਜਸਾਸੀ ਵੀਰ ਸਰਦਾਰ ਨੇ ਬੜੀ ਸ਼ਰਧਾ ਨਾਲ ਬੀਬੀ ਜੀ ਨੂੰ ਆਪਣੇ ਘਰ ਲਿਆਂਦਾ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਬੀਬੀ ਜੀ, ਮੇਰੀ ਰਾਣੀ ਦੇ ਰੋਗ ਦੀ ਨਿਵਰਤੀ ਕਿਸੇ ਉਪਾਅ ਨਾਲ ਕਰੋ। ਤਾਂ ਬੀਬੀ ਜੀ ਨੇ ਵੀ ਸਪਤਾਹ ਪਾਠ ਕਰਵਾਉਣ ਦੀ ਆਗਿਆ ਕੀਤੀ। ਸਰਦਾਰ ਜੀ ਨੇ ਕਿਹਾ ਕਿ ਬੀਬੀ ਜੀ, ਤੁਸੀਂ ਆਪ ਹੀ ਆਪਣੇ ਪਾਠੀ ਲਾ ਕੇ ਆਪਣੀ ਨਿਗਰਾਨੀ ਹੇਠ ਪਾਠ ਕਰਵਾਓ। ਤਾਂ ਬੀਬੀ ਜੀ ਨੇ ਸੰਤ ਨੰਦ ਸਿੰਘ, ਸੰਤ ਚੰਨਣ ਸਿੰਘ ਜੀ, ਰਾਮਗੜ੍ਹ ਵਾਲੇ ਬਾਬਾ ਮੱਘਰ ਸਿੰਘ ਜੀ ਦੇ ਜਥੇ ਨੂੰ ਮੰਗਵਾ ਕੇ ਸਪਤਾਹ ਪਾਠ ਆਰੰਭ ਕਰਵਾ ਦਿੱਤਾ। ਜਿਸ ਦਿਨ ਪਾਠ ਆਰੰਭ ਹੋਇਆ, ਉਸੀ ਦਿਨ ਸੰਤ ਨੰਦ ਸਿੰਘ ਜੀ ਦੀ ਸਰਦਾਰ ਰਘੁਵੀਰ ਸਿੰਘ ਜੀ ਨਾਲ ਭੇਟ ਹੋਈ। ਸਾਰੇ ਮਹਾਂਪੁਰਖਾਂ ਨਾਲ ਖੁੱਲ੍ਹੇ ਵਚਨ ਵਿਲਾਸ ਹੋਏ। ਤਾਂ ਸਰਦਾਰ ਨੇ ਕਿਹਾ ਕਿ ਮੈਂ ਬਹੁਤ ਸਾਧੂ ਸੰਤ ਪੂਜੇ ਹਨ, ਬਹੁਤ ਪਾਠ ਕਰਵਾਏ ਹਨ, ਪਰ ਮੇਰੀ ਇੱਛਾ ਪੂਰੀ ਨਹੀਂ ਹੋਈ। ਮੇਰੀ ਰਾਣੀ ਦੀ ਬਿਮਾਰੀ ਨੂੰ ਆਰਾਮ ਨਹੀਂ ਆਇਆ। ਫਿਰ ਸੰਤ ਨੰਦ ਸਿੰਘ ਜੀ ਨੇ ਕਿਹਾ ਕਿ ਰਾਣੀ ਜੀ ਨੂੰ ਕੀ ਬਿਮਾਰੀ ਹੈ। ਸਰਦਾਰ ਨੇ ਕਿਹਾ ਕਿ ਬਿਮਾਰੀ ਦਿਮਾਗੀ ਹੈ, ਜਿਸ ਕਰਕੇ ਰਾਣੀ ਰਾਤ ਦਿਨ ਰੌਲਾ ਪਾਉਂਦੀ ਰਹਿੰਦੀ ਹੈ। ਰਾਣੀ ਦੇ ਪੇਕੇ ਸਾਰੇ ਮਰ ਚੁੱਕੇ ਹਨ ਤੇ ਪੂਜਾ ਪਾਠ ਅਤੇ ਸਿੱਖ ਸਾਧਾਂ ਤੇ ਵੀ ਸਾਡਾ ਕੋਈ ਭਰੋਸਾ ਨਹੀਂ ਰਿਹਾ। ਇਹ ਗੱਲ ਕਰਕੇ ਸਰਦਾਰ ਜੀ ਚਲੇ ਗਏ। ਉਸ ਤੋਂ ਬਾਅਦ ਸੰਤ ਨੰਦ ਸਿੰਘ ਜੀ ਨੇ ਆਪਣੇ ਸਾਰੇ ਹੀ ਸਾਥੀਆਂ ਨਾਲ ਸਲਾਹ ਕੀਤੀ ਅਤੇ ਆਖਿਆ, ਸਾਥੀਓ, ਬੀਬੀ ਨਿਹਾਲ ਕੌਰ ਨੇ ਬਿਨਾਂ ਸੋਚੇ ਸਮਝੇ ਸਾਡੇ ਕੋਲੋਂ ਇੱਥੇ ਪਾਠ ਕਰਵਾਇਆ ਹੈ। ਇਹ ਬੜਾ ਭਾਰੀ ਤੇ ਔਖਾ ਕਾਰਜ ਹੈ। ਸਰਦਾਰ ਦੀ ਸਾਰੀ ਗੱਲਬਾਤ ਆਪਣੇ ਸਾਰੇ ਸਾਥੀਆਂ ਨੂੰ ਦੱਸੀ ਕਿ ਜੇ ਰਾਣੀ ਨੂੰ ਸਾਡੇ ਪਾਠ ਕਰਨ ਤੋਂ ਆਰਾਮ ਨਾ ਆਇਆ ਤਾਂ ਸਰਦਾਰ ਗੁਰੂ ਘਰ ਤੋਂ ਅਸਰਦਕ ਹੋ ਜਾਵੇਗਾ। ਉਸ ਦਾ ਉਪਾਅ ਸੋਚਣਾ ਚਾਹੀਦਾ ਹੈ। ਸੋਚ ਕੇ ਵਿਚਾਰ ਕੀਤੀ ਕਿ ਸੰਤ ਹਰਖੋ ਵਾਲੀਆਂ ਨੂੰ ਵੀ ਲਿਆਇਆ ਜਾਵੇ ਤਾਂ ਹੀ ਠੀਕ ਹੋ ਸਕਦਾ ਹੈ। ਇਹ ਸਾਰੇ ਜਥੇ ਨੇ ਪੱਕੀ ਸਲਾਹ ਕਰਕੇ ਸਰਦਾਰ ਦੀ ਕਾਰ ਲਈ ਤੇ ਸੰਤ ਚੰਨਣ ਸਿੰਘ ਜੀ ਨੇ ਰਹਿਰਾਸ ਸਾਹਿਬ ਜੀ ਦੇ ਸਮੇਂ ਕਾਰ ਲੈ ਕੇ ਡੇਰੇ ਸੰਤਗੜ੍ਹ ਸੰਤਾਂ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕੀਤੀਆਂ। ਸਾਰੀ ਗੱਲਬਾਤ ਸੰਤਾਂ ਨੂੰ ਦੱਸੀ। ਉਸ ਦਿਨ ਸੰਤਾਂ ਦਾ ਪ੍ਰੋਗਰਾਮ ਅੰਮ੍ਰਿਤ ਵੇਲੇ ਬਲਾਚੌਰ ਜਾਣ ਦਾ ਸੀ। ਸੰਤਾਂ ਨੇ ਇੱਕਦਮ ਦਾਸ ਨੂੰ ਸੱਦਿਆ ਤੇ ਆਪਣੇ ਨਾਲ ਲਿਜਾਣ ਦਾ ਹੁਕਮ ਕੀਤਾ। ਦਾਸ ਨੇ ਕਛਹਿਰਾ ਪਰਨਾ ਲਿਆ, ਤਿਆਰ ਹੋ ਕੇ ਆ ਗਿਆ। ਤਹਿਸੀਲਦਾਰ ਜਗਤ ਸਿੰਘ ਵੀ ਡਰੇ ਹੋਏ ਸਨ, ਉਹਨਾਂ ਨੂੰ ਵੀ ਨਾਲ ਲੈ ਲਿਆ। ਸਾਰਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ, ਤਿਆਰ ਹੋ ਕੇ ਕਾਰ ਵਿੱਚ ਬੈਠ ਗਏ। ਗਿਆਨੀ ਜੋਧ ਸਿੰਘ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੀ, ਆਪ ਜੀ ਦੀ ਤਿਆਰੀ ਕੱਲ੍ਹ ਅੰਮ੍ਰਿਤ ਵੇਲੇ ਤੋਂ ਬਲਾਚੌਰ ਆਦਿਕ ਪਿੰਡਾਂ ਵਿੱਚ ਜਾਣ ਦੀ ਸੀ। ਆਪ ਨੇ ਇੱਕਦਮ ਹੀ ਆਪਣਾ ਪ੍ਰੋਗਰਾਮ ਬਦਲੀ ਕਰ ਲਿਆ ਹੈ, ਕੀ ਕਾਰਨ ਹੋਇਆ ਹੈ?
ਸੰਤਾਂ ਨੇ ਕਿਹਾ, ਜੋਧ ਸਿੰਘਾ, ਇੱਧਰ ਸਾਡੇ ਸਾਧ ਬੜੀ ਕੁੜਕੀ ਵਿੱਚ ਫਸੇ ਹੋਏ ਹਨ। ਪਹਿਲਾਂ ਉਹਨਾਂ ਨੂੰ ਛਡਾ ਆਈਏ। ਸਾਨੂੰ ਅਕਾਲ ਪੁਰਖ ਦਾ ਹੁਕਮ ਹੈ ਕਿ ਪਹਿਲਾਂ ਸਾਧਾਂ ਦੀ ਸਾਰ ਲਵੋ, ਫਿਰ ਦੂਜਾ ਕੰਮ ਕਰੋ। ਇਸ ਵਾਸਤੇ ਇੱਧਰ ਦਾ ਇੱਕਦਮ ਪ੍ਰੋਗਰਾਮ ਬਣ ਗਿਆ ਹੈ। ਹੁਣ ਡੇਰੇ ਤੋਂ ਸੰਤ ਮਹਾਰਾਜ ਜੀ, ਜੋਧ ਸਿੰਘ, ਤਹਿਸੀਲਦਾਰ ਜਗਤ ਸਿੰਘ ਕਾਰ ਵਿੱਚ ਬੈਠ ਕੇ ਸੰਤ ਚੰਨਣ ਸਿੰਘ ਜੀ ਨੂੰ ਨਾਲ ਲੈ ਕੇ ਰਾਤ ਦੇ 9 ਵਜੇ ਰਾਜਾ ਸਾਂਸੀ ਪਹੁੰਚ ਗਏ। ਸਰਦਾਰ ਜੀ ਨੇ ਸੰਤਾਂ ਦਾ ਬੜਾ ਸਤਿਕਾਰ ਕੀਤਾ। ਇਹ ਅੱਸੂ ਦੇ ਦਿਨ ਸਨ, ਜਿਨ੍ਹਾਂ ਦਿਨਾਂ ਵਿੱਚ ਹਜੂਰ ਰਾਜਾਸੀ ਗਏ ਹੋਏ ਸਨ। ਅੰਮ੍ਰਿਤ ਵੇਲੇ ਸਾਰੇ ਸਾਧੂਆਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਉਪਰੰਤ ਸੰਗਤਾਂ ਨੇ ਪਾਠ ਦਾ ਭੋਗ ਪਾਇਆ ਅਤੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਫਿਰ ਹਜੂਰ ਨੂੰ ਸਰਦਾਰ ਆਪਣੇ ਮਹਿਲਾਂ ਵਿੱਚ ਲੈ ਗਏ। ਬਾਕੀ ਸਾਰੇ ਜੋ ਨਾਲ ਆਏ ਹੋਏ ਸਨ, ਉਹਨਾਂ ਨੂੰ ਸੰਤ ਜੀ ਨੇ ਹੇਠਾਂ ਹੀ ਛੱਡ ਦਿੱਤਾ। ਉੱਪਰ ਜਾ ਕੇ ਸੰਤਾਂ ਨੇ ਰਾਣੀ ਨੂੰ ਤੱਕਿਆ, ਜੋ ਕਿ ਸ਼੍ਰੇਸ਼ਟ ਗਿਆਨ ਤੋਂ ਬਿਨਾਂ ਬਹੁਤ ਬਕਵਾਸ ਕਰਦੀ ਹੋਈ ਸੀ ਅਤੇ ਆਪਣੇ ਕੱਪੜੇ ਵੀ ਪਾੜ ਸੁੱਟਦੀ ਸੀ। ਅਸੀਂ ਆਪਣੀ ਬਿਰਤੀ ਅਨੁਸਾਰ ਗੱਲਾਂ ਪਏ ਕਰਦੇ ਸੀ। ਸੰਤਾਂ ਨੇ ਆਉਂਦੇ ਸਾਰ ਹੀ ਸਾਨੂੰ ਦੋਹਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਕੀ ਮਾਇਕੀ ਗੰਦ ਨਾਲ ਭਰੇ ਮਹਿਲ ਨੂੰ ਹੀ ਤੱਕਣਾ ਸੀ। ਇਹਨਾਂ ਵਿੱਚ ਤਾਂ ਦੁੱਖ ਹੀ ਦੁੱਖ ਨੇ। ਤੁਸੀਂ ਸੱਚੇ ਮਹਿਲਾਂ ਦੀ ਚਿਤਵਨੀ ਕਰਿਆ ਕਰੋ, ਕਿਉਂਕਿ ਅਸੀਂ ਸਾਰੇ ਹੀ ਰਾਜੇ ਦੇ ਮਹਿਲਾਂ ਵੱਲ ਤੱਕ ਰਹੇ ਸਾਂ। ਫਿਰ ਤੁਸੀਂ ਮਹਿਲਾਂ ਨੂੰ ਦੇਖ ਕੇ ਰੱਜਦੇ ਰਹਿਣਾ। ਸਮਾਂ ਆਇਆ ਤਾਂ ਦਾਸ ਨੂੰ ਮਹਾਰਾਜ ਜੀ ਨੇ ਰਾਜਾ ਪਟਿਆਲਾ ਦੇ ਮਹਿਲਾਂ ਵਿੱਚ ਪਾਠ ਕਰਨ ਵਾਸਤੇ ਭੇਜ ਦਿੱਤਾ। ਤਾਂ ਵਾਪਸ ਆਏ ਨੂੰ ਪੁੱਛਿਆ ਕਿ ਮਹਿਲਾਂ ਵਿੱਚ ਕਿੰਨਾ ਕੁ ਸੁੱਖ ਮਾਣਿਆ। ਉੱਪਰੋਂ ਮਹਿਲਾਂ ਤੋਂ ਆ ਕੇ ਸੰਤ ਦੀਵਾਨ ਖਾਨੇ ਵਿੱਚ ਆ ਬੈਠੇ। ਸਰਦਾਰ ਨੇ ਸਾਰੇ ਪਰਿਵਾਰ ਤੇ ਸਾਧੂ ਮਹਾਂਪੁਰਸ਼ਾਂ ਨੇ ਬੈਠ ਕੇ ਸੰਤਾਂ ਨਾਲ ਬੇਨਤੀ ਪੂਰਵਕ ਗੱਲ ਚਲਾਈ। ਮਹਾਰਾਜ ਜੀਓ, ਸਰਦਾਰ ਦੀ ਕਾਮਨਾ ਹੈ ਕਿ ਰਾਣੀ ਦੀ ਬਿਮਾਰੀ ਨੂੰ ਆਰਾਮ ਆ ਜਾਵੇ। ਆਪ ਕਿਰਪਾ ਕਰੋ। ਹੁਣ ਹਜੂਰ ਨੇ ਸਰਦਾਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਰਦਾਰ ਜੀ, ਤੁਸੀਂ ਕੋਈ ਨਿਤਨੇਮ ਬਾਣੀ ਦਾ ਪਾਠ ਜਾਂ ਸਿਮਰਨ ਵੀ ਕਰਦੇ ਹੋ? ਤਾਂ ਸਰਦਾਰ ਨੇ ਉੱਤਰ ਦਿੱਤਾ, ਮਹਾਰਾਜ ਜੀ, ਮੈਨੂੰ ਕਚਹਿਰੀ ਵਿੱਚੋਂ ਸਮਾਂ ਹੀ ਨਹੀਂ ਮਿਲਦਾ। ਹਜੂਰ ਨੇ ਕਿਹਾ, ਹੋਰ ਤੁਹਾਡਾ ਕੋਈ ਮੈਂਬਰ ਬਾਣੀ ਪੜ੍ਹਦਾ ਹੈ? ਤਾਂ ਉਹਨਾਂ ਨੇ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਬਾਣੀ ਨਹੀਂ ਪੜ੍ਹਦਾ। ਤਾਂ ਹਜੂਰ ਬੋਲੇ, ਸਰਦਾਰ ਜੀ, ਆਪ ਜੀ ਨੂੰ ਕਚਹਿਰੀ ਤੋਂ ਬੇਲ ਨਹੀਂ ਮਿਲਦਾ। ਫਿਰ ਹਜੂਰ ਨੇ ਦੀਵਾਨ ਸਾਹਿਬ ਨੂੰ ਤਾੜ ਕੇ ਕਿਹਾ ਕਿ ਨਾ ਹੀ ਤੁਸੀਂ ਕਿਸੇ ਸ਼ਬਦ ਦਾ ਜਾਪ ਕਰ ਸਕਦੇ ਹੋ, ਨਾ ਹੀ ਕੋਈ ਨਿਤਨੇਮ ਸਿਮਰਨ ਕਰ ਸਕਦੇ ਹੋ। ਸੋ ਬਾਣੀ ਦੇ ਇਸ ਪ੍ਰਮਾਣ ਮੁਤਾਬਿਕ ਬੇਦਾਂ ਮੈਂ ਨਾਮ ਉੱਤਮ, ਸੋ ਸੁਣੈ ਨਾਹੀ ਫਿਰਹਿ ਜੋ ਬੇਤਾਲਿਆ। ਤੁਸੀਂ ਖੁਦ ਹੀ ਭੂਤਨੇ ਹੋ, ਇਸ ਕਰਕੇ ਭੂਤਨਿਆਂ ਪਾਸ ਤਾਂ ਭੂਤਨੇ ਹੀ ਆਉਂਦੇ ਹਨ। ਸਰਦਾਰ ਜੀ ਦੀਆਂ ਅੱਖਾਂ ਵਿੱਚ ਬੈਰਾਗ ਦਾ ਪਾਣੀ ਸ਼ਮ-ਸ਼ਮ ਵਗ ਤੁਰਿਆ। ਬੇਨਤੀ ਕੀਤੀ ਕਿ ਗਰੀਬ ਨਿਵਾਜ ਇਹਨਾਂ ਭੂਤਨਿਆਂ ਤੋਂ ਕਿਵੇਂ ਬਚਿਆ ਜਾਏ। ਤਾਂ ਸੰਤਾਂ ਨੇ ਕਿਹਾ, ਨਾਮ ਜਪੋ। ਸਰਦਾਰ ਬੋਲਿਆ, ਕਿਵੇਂ ਜਪੀਏ ਜੀ? ਹਜੂਰ ਬੋਲੇ, ਜਿਸ ਤਰ੍ਹਾਂ ਅਸੀਂ ਆਖਦੇ ਹਾਂ। ਗਊ ਦੇ ਘਿਓ ਦੀ ਅਖੰਡ ਜੋਤ ਤੇ ਧੂਫ ਦਾ ਅਖੰਡ ਹਵਨ। ਇਸ ਦੇ ਨਜ਼ਦੀਕ ਬੈਠ ਕੇ 2-2 ਘੰਟੇ ਲਗਾਤਾਰ ਮੂਲ ਮੰਤਰ ਦਾ ਜਾਪ ਕਰੋ। ਸੁੱਧਤਾ ਕੇਸ਼ੀ ਇਸ਼ਨਾਨ ਕਰਕੇ ਸਾਫ਼ ਤੇ ਚਿੱਟੇ ਵਸਤਰ ਪਹਿਨ ਕੇ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਵਿਰਤੀ ਟਿਕਾ ਕੇ ਸਿਮਰਨ ਕਰੋ। ਇਹ ਸਾਧਨ ਸੁਣ ਕੇ ਸਰਦਾਰ ਜੀ ਆਖਣ ਲੱਗੇ, ਇਹ ਤਾਂ ਬੜਾ ਕਠਿਨ ਕੰਮ ਹੈ। ਜੇ ਹੁਕਮ ਹੋਵੇ ਤਾਂ ਸ਼੍ਰੀ ਅੰਮ੍ਰਿਤਸਰ ਤੋਂ ਪਾਠੀ ਮੰਗਵਾ ਲਈਏ ਪਾਠ ਕਰਨ ਵਾਸਤੇ। ਇਹ ਸੁਣ ਕੇ ਹਜੂਰ ਕੁਝ ਤਮਕ ਵਿੱਚ ਆ ਕੇ ਬੋਲੇ, ਸਰਦਾਰ ਜੀ, ਜਰਾ ਹੋਸ਼ ਕਰੋ। ਮਾਇਆ ਨਾਲ ਰੱਬ ਕਦੇ ਪ੍ਰਸੰਨ ਨਹੀਂ ਹੁੰਦਾ। ਪ੍ਰੇਮੀ ਭਗਤੀ ਦੇਖ ਕੇ ਪ੍ਰਸੰਨ ਹੋ ਕੇ ਦੁੱਖ ਕੱਟਦਾ ਹੈ। ਤਾਂ ਸਰਦਾਰ ਨੇ ਨਿਮਰਤਾ ਸਹਿਤ ਆਖਿਆ, ਜੀ ਆਪ ਮਿਹਰ ਕਰੋ। ਸੰਤਾਂ ਨੇ ਕਿਹਾ, ਸਾਡੀ ਇਕੱਲਿਆਂ ਦੀ ਮਿਹਰ ਇੱਕ ਖੰਭ ਦੀ ਨਿਆਈ ਹੈ। ਇੱਕ ਖੰਭ ਨਾਲ ਕਦੇ ਜਾਨਵਰ ਉੱਡ ਨਹੀਂ ਸਕਦਾ। 2 ਖੰਭ ਕਾਇਮ ਕਰੋ, ਸਿਮਰਨ ਕਰੋ, ਫਿਰ ਅਸੀਂ ਵੀ ਸਤਿਗੁਰਾਂ ਪਾਸ ਫਰਿਆਦ ਕਰਾਂਗੇ।
ਦੋਨੋਂ ਗੱਲਾਂ ਮਿਲ ਕੇ ਤੁਹਾਡੇ ਰੋਗ ਚੱਕੇ ਜਾਣਗੇ ਤੇ ਸਭ ਭੈੜੇ ਭੂਤਨੇ ਘਰ ਤੋਂ ਭੱਜ ਜਾਣਗੇ। ਪਰ ਸਰਦਾਰ ਜੀ ਫਿਰ ਵੀ ਖੁਦ ਆਪ ਨਿਯਮ ਸਹਿਤ ਪਾਠ ਕਰਨ ਤੋਂ ਜਵਾਬ ਦੇ ਗਏ ਤਾਂ ਮਹਾਰਾਜ ਜੀ ਨੇ ਤਾੜ ਕੇ ਆਖਿਆ, ਉਹ ਸਰਦਾਰ ਜੀ, ਹੁਣ ਤੂੰ ਸਾਧ ਦੇ ਪੰਜੇ ਵਿੱਚ ਆ ਗਿਆ ਹੈ। ਤੂੰ ਆਖਿਆ ਸੀ ਕਿ ਮੇਰੀ ਬਾਣੀ ਪਰ ਤੇ ਸਿੱਖ ਸਾਧ ਪਰ ਕੋਈ ਇਤਕਾਦ ਨਹੀਂ ਹੈ, ਇਤਵਾਰ ਨਹੀਂ ਹੈ। ਸਾਧ ਦਾ ਪੰਜਾ ਬੱਬਰ ਸ਼ੇਰ ਦਾ ਪੰਜਾ ਮੰਨਿਆ ਗਿਆ ਹੈ। ਹੁਣ ਤੂੰ ਬੱਬਰ ਸ਼ੇਰ ਦੇ ਪੰਜੇ ਵਿੱਚੋਂ ਨਿਕਲ ਨਹੀਂ ਸਕਦਾ। ਹੁਣ ਤੇਰਾ ਬਚਾਓ ਤਾਂ ਹੀ ਹੈ ਜੇਕਰ ਸਾਧੂ ਦੇ ਅਧੀਨ ਹੋ ਕੇ ਬਚਨ ਮੰਨ ਲਏ ਤਾਂ ਹੀ। ਜਿਤਨਾ ਘਰ ਦਾ ਬੰਦਾ ਦਿਲ ਲਾ ਕੇ ਕੰਮ ਕਰਦਾ ਹੈ ਉਤਨਾ ਬਾਹਰ ਦਾ ਨਹੀਂ। ਇਸੇ ਸਮੇਂ ਸਰਦਾਰ ਦੀ ਇੱਕ ਲੜਕੀ ਬੋਲ ਉੱਠੀ ਕਿ ਕਿਉਂ ਸੰਤਾਂ ਨੂੰ ਜਵਾਬ ਦੇਈ ਜਾਂਦੇ ਹੋ? ਅਸੀਂ ਚਾਰੇ ਭੈਣਾਂ ਸੰਤਾਂ ਦੇ ਦੱਸੇ ਤਰੀਕੇ ਅਨੁਸਾਰ ਪਾਠ ਕਰਾਂਗੀਆਂ। ਸਾਡੇ ਨਾਲ ਘਰ ਦੀਆਂ ਸੇਵਾਦਾਰਨੀਆਂ ਵੀ ਪਾਠ ਕਰਨਗੀਆਂ। ਸਾਡਾ ਛੋਟਾ ਵੀਰ ਸਾਡੀ ਸੇਵਾ ਦੀ ਸੰਭਾਲ ਰੱਖੇਗਾ। ਬੀਬੀ ਦਾ ਇਹ ਨੇਕ ਬਚਨ ਸੁਣ ਕੇ ਸਾਰੇ ਖੁਸ਼ ਹੋ ਗਏ। ਉਸੇ ਸਮੇਂ ਸਾਰੀ ਸਮੱਗਰੀ ਮੰਗਵਾ ਕੇ ਜਾਪ ਸ਼ੁਰੂ ਕਰਨ ਦੀ ਤਿਆਰੀ ਕਰ ਲਈ। ਸੰਤ ਮਹਾਰਾਜ ਜੀ ਨੇ 6 ਬੀਬੀਆਂ ਦਾ ਮੂਲ ਮੰਤਰ ਦਾ ਪਾਠ ਸ਼ੁੱਧ ਕਰਵਾ ਦਿੱਤਾ। ਉਪਰੰਤ ਪਾਠ ਆਰੰਭ ਹੋ ਗਿਆ। ਫਿਰ ਹਜੂਰ ਨੇ ਸਰਦਾਰ ਨੂੰ ਕਿਹਾ ਕਿ ਜਾਪ ਦੇ ਸਮੇਂ ਤੱਕ ਸ਼ਰਾਬ ਨੂੰ ਪੀਣਾ ਤਾਂ ਕੀ ਹੱਥ ਵੀ ਨਹੀਂ ਲਾਉਣਾ ਤੇ ਘਰ ਦੀ ਚਾਰ ਦੀਵਾਰੀ ਤੋਂ ਦੂਰ ਰੱਖਣਾ। ਪੂਰਾ ਸਵਾ ਮਹੀਨਾ ਇਹਨਾਂ ਨਿਯਮਾਂ ਵਿੱਚ ਪਰਪੱਕ ਹੋਵੋਗੇ ਤਾਂ ਗੁਰੂ ਭਲੀ ਕਰੇਗਾ। ਫਿਰ ਸੰਤ ਮਹਾਰਾਜ ਜੀ ਨੇ ਪਾਠ ਪ੍ਰਾਰੰਭ ਕਰਵਾਇਆ ਤਾਂ ਸੰਤਾਂ ਨੇ ਸੰਤ ਨੰਦ ਸਿੰਘ ਜੀ ਤੇ ਬੀਬੀ ਨਿਹਾਲ ਕੌਰ ਨੂੰ ਕਿਹਾ ਕਿ ਲਓ ਸੰਤੋ ਜੀਓ, ਤੁਹਾਡਾ ਇਸ ਕੁੜੁੱਕੀ ਵਿੱਚੋਂ ਹੱਥ ਕੱਢ ਦਿੱਤਾ ਹੈ। ਤੁਸੀਂ ਇਸ ਗੱਲ ਤੋਂ ਆਜ਼ਾਦ ਹੋ ਗਏ ਹੋ। ਹੁਣ ਅਸੀਂ ਜਾਣੀਏ ਜਾਂ ਸਰਦਾਰ ਜਾਣੇ। ਫਿਰ ਸਰਦਾਰ ਨੂੰ ਕਿਹਾ ਕਿ ਹੁਣ ਅਸੀਂ ਚੱਲੇ ਹਾਂ। ਕੱਤਕ ਦੀ ਮੱਸਿਆ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਬਾਬਾ ਸਵਾਇਆ ਸਿੰਘ ਜੀ ਦੀਆਂ ਟੂਟੀਆਂ ਦੇ ਨਿਕਟ ਅਸਥਾਨ ਤੇ ਆਵਾਂਗੇ। ਉੱਥੋਂ ਆ ਕੇ ਸਾਨੂੰ ਰਾਣੀ ਬਾਰੇ ਜਾਣਕਾਰੀ ਦੇ ਜਾਣੀ। ਫਿਰ ਦੱਸੇ ਸਮੇਂ ਅਨੁਸਾਰ ਉਹਨਾਂ ਨੇ ਆ ਕੇ ਦੱਸਿਆ ਕਿ ਰਾਣੀ ਜੀ ਹੁਣ ਬੋਲਣੋਂ ਤਾਂ ਚੁੱਪ ਹੋ ਗਏ ਹਨ, ਪਰ ਵੇਖ ਕੇ ਹੱਸ ਕੇ ਚੁੱਪ ਹੋ ਜਾਂਦੇ ਹਨ। ਤਾਂ ਸੰਤ ਮਹਾਰਾਜ ਜੀ ਨੇ ਫਰਮਾਇਆ ਕਿ ਅਜੇ ਹੋਰ ਜਾਪ ਕਰੋ। ਇਸ ਤਰ੍ਹਾਂ ਕੁਝ ਸਮੇਂ ਬਾਅਦ ਰਾਣੀ ਜੀ ਬਿਲਕੁਲ ਠੀਕ ਹੋ ਗਏ। ਭੂਤਾਂ ਦੀ ਥਾਂ ਕੋਠੀ ਵਿੱਚ ਦੇਵਤਿਆਂ ਦਾ ਵਾਸ ਹੋ ਗਿਆ। ਇਹੀ ਬਾਣੀ ਦੇ ਜਾਪ ਦਾ ਪੂਰੀ ਵਿਧੀ ਸਹਿਤ ਹੋਣ ਦਾ ਪ੍ਰਤੱਖ ਫਲ ਹੈ, ਜਿਸ ਨੂੰ ਕਰਨ ਨਾਲ ਰਾਣੀ ਬਿਲਕੁਲ ਠੀਕ ਹੋ ਗਈ। ਘਰ ਪਰਿਵਾਰ ਤੇ ਗੁਰੂ ਮਹਾਰਾਜ ਜੀ ਦੀ ਮਿਹਰ ਤੇ ਕਿਰਪਾ ਹੋ ਗਈ। ਇਸੇ ਤਰ੍ਹਾਂ ਜੋ ਵੀ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਆਪ ਉਸ ਦੇ ਦੁੱਖ ਕੱਟਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।